सत श्री अकाल दोस्तों, क्लिक स्टार्ट ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਇਸ ਵੀਡੀਓ ਵਿੱਚ ਆਪਾਂ ਡਿਸਕਸ ਕਰਾਂਗੇ ओरिजिन ऑफ सिखिज़म ਬਾਰੇ ਕਿ ਸਿੱਖ ਧਰਮ ਕਿਸ ਟਾਈਮ ਹੋਂਦ ਵਿੱਚ ਆਇਆ, ਉਸ ਟਾਈਮ ਇੰਡੀਆ ਦੀ ਕੀ ਸਿਚੁਏਸ਼ਨ ਸੀ ਤੇ ਕਿਹੜੇ-ਕਿਹੜੇ ਸਿੱਖ ਗੁਰੂ ਸਾਹਿਬਾਨ ਨੇ ਕਿਹੜੀ-ਕਿਹੜੀ ਨਵੀਂ ਚੀਜ਼ ਇੰਟਰੋਡਿਊਸ ਕੀਤੀ ਇੰਡੀਅਨ ਸੋਸਾਇਟੀ ਦੇ ਵਿੱਚ। ਜੇ ਤੁਸੀਂ ਇਸ ਲੈਕਚਰ ਦੀ PDF ਚਾਹੁੰਦੇ ਹੋ ਤਾਂ ਤੁਸੀਂ ਸਾਡੇ ਟੈਲੀਗ੍ਰਾਮ ਚੈਨਲ ਤੇ ਜਾ ਸਕਦੇ ਹੋ ਤੇ ਜੇ ਤੁਹਾਨੂੰ ਕੋਈ ਵੀ ਡਾਊਟ ਹੈ ਤਾਂ ਸਾਡੇ ਇੰਸਟਾਗ੍ਰਾਮ ਤੇ ਸਾਨੂੰ ਡਾਊਟ ਪੁੱਛ ਸਕਦੇ ਹੋ। ਤਾਂ ਸਪੋਜ਼ ਕਰੋ ਤੁਹਾਨੂੰ ਪੇਪਰ ਦੇ ਵਿੱਚ ਕੁਐਸਚਨ ਪੁੱਛਿਆ ਜਾਂਦਾ ਕਿ ਗੁਰਮੁਖੀ ਸਕ੍ਰਿਪਟ ਹੈ ਜੋ ਉਹ ਕਿਸ ਸਿੱਖ ਗੁਰੂ ਸਾਹਿਬਾਨ ਨੇ ਇੰਟਰੋਡਿਊਸ ਕਰੀ ਸੀ। ਤਾਂ ਇਹੋ ਜਿਹੇ ਕੁਐਸਚਨਸ ਨੂੰ ਸਮਝਣ ਲਈ ਸਿੱਖ ਗੁਰੂ ਸਾਹਿਬਾਨਾਂ ਦੁਆਰਾ ਜੋ ਚੀਜ਼ਾਂ ਇਹਨਾਂ ਨੇ ਇੰਟਰੋਡਿਊਸ ਕੀਤੀਆਂ ਉਹ ਬਹੁਤ ਜ਼ਰੂਰੀ ਹੋ ਜਾਂਦੀਆਂ ਨੇ। ਤਾਂ ਇਹਨਾਂ ਵੀਡੀਓਜ਼ ਦੇ ਵਿੱਚੋਂ ਤੁਹਾਨੂੰ ਇਹੋ ਜਿਹੇ ਆਨਸਰਸ ਮਿਲ ਜਾਣਗੇ। ਤਾਂ ਸਟਾਰਟ ਕਰਦੇ ਹਾਂ। ਬਰੀਫ ਹਿਸਟਰੀ ਬਿਫੋਰ ਸਿੱਖੀਜ਼ਮ ਕਿ ਸਿੱਖ ਧਰਮ ਆਉਣ ਤੋਂ ਪਹਿਲਾਂ ਭਾਰਤ ਦੀ ਰਿਲੀਜੀਅਸ ਹਿਸਟਰੀ ਕੀ ਹੈ ਤੇ ਭਾਰਤ ਦੀ ਕੀ ਸਿਚੁਏਸ਼ਨ ਸੀ। ਇੰਡੀਆ ਇਜ਼ ਨੋਨ ਟੂ ਦੀ ਵਰਲਡ ਐਜ਼ ਅ ਬਰਥ ਐਜ਼ ਵੈਲ ਐਜ਼ ਮੀਟਿੰਗ ਪਲੇਸ ਆਫ ਵੇਰੀਅਸ ਰਿਲੀਜਨਸ ਕਰੀਡਸ ਐਂਡ ਫੇਥ। ਇੰਡੀਆ ਨੂੰ ਇੱਕ ਡਾਇਵਰਸਿਟੀ ਦਾ ਦੇਸ਼ ਕਿਹਾ ਜਾਂਦਾ ਹੈ ਕਿ ਇੰਡੀਆ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਲੋਕ ਰਹਿੰਦੇ ਨੇ, ਵੱਖ-ਵੱਖ ਤਰ੍ਹਾਂ ਦੇ ਉਹਨਾਂ ਦੇ ਕਲਚਰਸ ਨੇ, ਵੱਖ-ਵੱਖ ਰਿਲੀਜਨਸ ਨੇ, ਵੱਖ-ਵੱਖ ਉਹਨਾਂ ਦੀਆਂ ਫੂਡ ਆਈਟਮਸ ਨੇ। ਤਾਂ ਇੰਡੀਆ ਇਜ਼ ਅ ਬਰਥ ਐਜ਼ ਵੈਲ ਐਜ਼ ਅ ਮੀਟਿੰਗ ਪਲੇਸ। ਬਰਥ ਇਟ ਮੀਨਸ ਓਰੀਜਨ ਵੀ ਉਰੇ ਹੁੰਦਾ ਕਈਆਂ ਦਾ ਅਤੇ ਕਈ ਬਾਹਰੋਂ ਦੀ ਇੰਡੀਆ ਦੇ ਵਿੱਚ ਆ ਕੇ ਇੰਡੀਆ ਦੇ ਕਲਚਰ ਨਾਲ ਮਿਕਸਅਪ ਹੋ ਜਾਂਦੇ ਨੇ। ਤਾਂ ਸਟਾਰਟ ਹੋਇਆ ਹਿੰਦੂਇਜ਼ਮ ਤੋਂ, ਦੈਨ ਜੈਨਿਜ਼ਮ ਅਤੇ ਬੁੱਧਿਜ਼ਮ ਵੀ ਇੰਡੀਆ ਦੇ ਵਿੱਚ ਹੀ ਓਰੀਜਨੇਟ ਹੋਏ, ਜਿਨ੍ਹਾਂ ਦੇ ਆਪਣੇ ਆਪਣੇ ਪ੍ਰਿੰਸੀਪਲਸ, ਆਈਡੀਆਜ਼ ਅਤੇ ਫਿਲਾਸਫੀ ਨੇ। ਉਸ ਤੋਂ ਬਾਅਦ ਭਾਰਤ ਦੇ ਵਿੱਚ ਮਿਡੀਵੀਅਲ ਪੀਰੀਅਡ ਦੇ ਵਿੱਚ ਇਸਲਾਮ ਆਇਆ, ਜਿਹਦਾ ਪ੍ਰਿੰਸੀਪਲ ਸੀ ਆਫ ਯੂਨੀਵਰਸਲ ਬ੍ਰਦਰਹੁੱਡ ਕਿ ਸਾਰੀ ਦੁਨੀਆ ਦੇ ਲੋਕਾਂ ਦੇ ਵਿੱਚ ਇੱਕ ਭਾਈਚਾਰੇ ਵਰਗੀ ਫੀਲਿੰਗ ਹੋਣੀ ਚਾਹੀਦੀ ਹੈ। ਪਰ ਜਦੋਂ ਇਸਲਾਮ ਇੰਡੀਆ ਦੇ ਵਿੱਚ ਆਇਆ ਇਨ ਦੀ ਮਿਡੀਵਲ ਪੀਰੀਅਡ, ਸਲੇਵ ਡਾਇਨੈਸਟੀ ਜਿਵੇਂ ਆਪਾਂ ਪਿਛਲੀ ਵੀਡੀਓਜ਼ ਦੇ ਵਿੱਚ ਡਿਸਕਸ ਕਰਿਆ ਸੀ, ਤਾਂ ਉਹ ਹਿੰਦੂਇਜ਼ਮ ਨਾਲ ਆਪਣੇ ਆਪ ਨੂੰ ਐਸੋਸੀਏਟ ਨਹੀਂ ਕਰ ਪਾਇਆ। ਉਹਨਾਂ ਦੇ ਰੂਲਰਸ ਜਦੋਂ ਇੰਡੀਆ ਦੇ ਵਿੱਚ ਆਏ ਉਹਨਾਂ ਨੇ ਆ ਕੇ ਹਿੰਦੂਇਜ਼ 'ਤੇ ਟੈਕਸਿਸ ਲਗਾਉਣੇ ਸ਼ੁਰੂ ਕਰ ਦਿੱਤੇ। ਐਗਜ਼ਾਮਪਲ ਬੀਇੰਗ ਜਜੀਆ ਟੈਕਸ ਜਾਂ ਫਿਰ ਹੋਰ ਵੀ ਬਹੁਤ ਸਾਰੇ ਟੈਕਸਿਸ ਜਿਹੜੇ ਸਿਰਫ ਹਿੰਦੂਜ਼ ਲਈ ਟੈਕਸ ਸੀਗੇ, ਪਰ ਮੁਸਲਿਮ ਸਿਟੀਜ਼ਨਸ ਲਈ ਇਹੋ ਜਿਹੇ ਟੈਕਸ ਨਹੀਂ ਲਗਾਏ ਗਏ। ਇਸ ਕਰਕੇ ਦੋਹਾਂ ਰਿਲੀਜਨਸ ਦੇ ਵਿੱਚ ਇੱਕ ਐਂਟੋਗਨਿਜ਼ਮ ਡਿਵੈਲਪ ਹੋਣਾ ਸ਼ੁਰੂ ਹੋ ਗਿਆ, ਇੱਕ ਐਨਮਿਟੀ ਦੀ ਫੀਲਿੰਗ ਡਿਵੈਲਪ ਹੋਣੀ ਸ਼ੁਰੂ ਹੋ ਗਈ। ਐਂਟੋਗਨਿਜ਼ਮ ਬਿਟਵੀਨ ਦੀ ਟੂ ਡਿਫਰੈਂਟ ਸੈਕਟਸ ਆਫ ਪੀਪਲ ਕੰਟੀਨਿਊ ਟੂ ਗਰੋ ਡੇ ਬਾਈ ਡੇ। ਤਾਂ ਇਸ ਕਰਕੇ ਡੇ ਬਾਈ ਡੇ ਐਨਮਿਟੀ ਦੀ ਫੀਲਿੰਗ ਵੱਧਦੀ ਗਈ ਇਹਨਾਂ ਦੇ ਵਿੱਚ। ਦੈਨ ਇਟ ਲੈਡ ਟੂ ਮਿਊਚੁਅਲ ਹੇਟਰਿਡ ਐਂਡ ਹੋਸਟਿਲਿਟੀ। ਤਾਂ ਦੋਹਾਂ ਦੇ ਵਿੱਚ ਇੱਕ ਨਫ਼ਰਤ ਦੀ ਫੀਲਿੰਗ ਪੈਦਾ ਹੋ ਗਈ। ਤਾਂ ਇਸੇ ਪੁਆਇੰਟ ਆਫ ਟਾਈਮ 'ਤੇ ਜਦੋਂ ਹਿੰਦੂਜ਼ ਅਤੇ ਮੁਸਲਿਮ ਸਿਟੀਜ਼ਨਸ ਦੇ ਵਿੱਚ ਇੱਕ ਐਨਮਿਟੀ ਦੀ ਫੀਲਿੰਗ ਪੈਦਾ ਹੋਈ, ਉਸੇ ਟਾਈਮ 'ਤੇ ਦੋ ਮੂਵਮੈਂਟਸ ਸਟਾਰਟ ਹੋਈਆਂ ਇੰਡੀਆ ਦੇ ਵਿੱਚ। ਵਨ ਇਜ਼ ਸੂਫੀ ਮੂਵਮੈਂਟ, ਅਦਰ ਇਜ਼ ਭਗਤੀ ਮੂਵਮੈਂਟ। ਜਿਹੜੀਆਂ ਸੂਫੀ ਅਤੇ ਭਗਤੀ ਮੂਵਮੈਂਟ ਸੀਗੀਆਂ, ਦੀਜ਼ ਆਰ ਗਰੁੱਪ ਆਫ ਸੀਰੀਅਸ ਰਿਲੀਜੀਅਸ ਥਿੰਕਰਸ, ਧਰਮ ਦੇ ਰਿਲੀਜੀਅਸ ਥਿੰਕਰਸ ਜੋ ਸੀਗੇ, ਹੂ ਬਾਈ ਦੇਅਰ ਸੂਫੀ ਐਂਡ ਭਗਤੀ ਮੂਵਮੈਂਟ, ਜਿਨ੍ਹਾਂ ਨੇ ਸੂਫੀ ਅਤੇ ਭਗਤੀ ਮੂਵਮੈਂਟ ਸਟਾਰਟ ਕਰਕੇ ਅਵੇਕਨ ਕੀਤਾ ਪੀਪਲ ਨੂੰ ਅਬਾਊਟ ਦੀ ਗੋਡ ਐਂਡ ਦੀ ਰਿਲੀਜਨ ਕਿ ਸਹੀ 'ਚ ਰੱਬ ਕੀ ਹੈ ਅਤੇ ਸਹੀ ਦੇ ਵਿੱਚ ਧਰਮ ਕੀ ਹੈ, ਇਹਦੇ ਬਾਰੇ ਉਹਨਾਂ ਨੇ ਲੋਕਾਂ ਨੂੰ ਸਿਖਾਉਣਾ ਸ਼ੁਰੂ ਕੀਤਾ, ਲੋਕਾਂ ਨੂੰ ਇਹਨਾਂ ਚੀਜ਼ਾਂ ਉੱਤੇ ਚਾਨਣਾ ਪਾਉਣੀ ਸ਼ੁਰੂ ਕੀਤੀ। ਦੇ ਡਿਡ ਐਵਰੀਥਿੰਗ ਟੂ ਐਸਟੈਬਲਿਸ਼ ਬ੍ਰਦਰਹੁੱਡ, ਭਾਈਚਾਰਾ, ਲਵ ਐਂਡ ਫਰੈਂਡਸ਼ਿਪ ਬਣਾਉਣ ਵਾਸਤੇ ਬਿਟਵੀਨ ਦੀ ਹਿੰਦੂਜ਼ ਐਂਡ ਮੁਸਲਿਮਸ ਉਹਨਾਂ ਨੇ ਕਾਫੀ ਉਪਰਾਲੇ ਕਰਨੇ ਸ਼ੁਰੂ ਕਰਤੇ। ਜਿਹੜੇ ਇਹ ਸੂਫੀ ਅਤੇ ਭਗਤੀ ਮੂਵਮੈਂਟ ਹੈ, ਇਹਨਾਂ ਦੇ ਵਿੱਚ ਡਾਂਸ ਅਤੇ ਮਿਊਜ਼ਿਕ ਬਹੁਤ ਇੰਪੋਰਟੈਂਟ ਨੇ, ਜੋ ਆਪਾਂ ਥੋੜ੍ਹੀ ਜਿਹੀ ਅੱਗੇ ਡਿਸਕਸ ਕਰਦੇ ਹਾਂ। ਹੁਣ ਗੱਲ ਕਰਦੇ ਹਾਂ ਸੂਫੀਜ਼ਮ ਇਨ ਇਸਲਾਮ ਦੀ। ਤਾਂ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਡਾਂਸ, ਮਿਊਜ਼ਿਕ ਇਹ ਬਹੁਤ ਇੰਪੋਰਟੈਂਟ ਪਾਰਟ ਨੇ, ਐਂਡ ਆਲਸੋ ਸਮ ਅਦਰ ਥਿੰਗਸ ਲਾਈਕ ਇਟ ਇਜ਼ ਅ ਸੋਸ਼ੋ ਰਿਲੀਜੀਅਸ ਮੂਵਮੈਂਟ ਆਫ 14th to 16th century। ਸਟਾਰਟ ਅਰਾਊਂਡ 11th ਸੈਂਚੁਰੀ ਤੋਂ ਹੋ ਗਈ ਸੀ, ਬਟ ਮੇਜਰ ਪ੍ਰੋਪੋਨੈਂਟਸ ਸੀ ਇਹਦੇ ਉਹ 14th ਸੈਂਚੁਰੀ ਤੋਂ ਲੈ ਕੇ 16th ਸੈਂਚੁਰੀ ਦੇ ਵਿੱਚ ਰਹੇ ਨੇ। the exponents of this movement were unorthodox Muslim saints। ਤਾਂ ਜਿਹੜੇ ਇਸ ਮੂਵਮੈਂਟ ਦੇ ਪ੍ਰੋਪੋਨੈਂਟ ਸੀਗੇ ਉਹ ਕੌਣ ਸੀਗੇ? ਜਿਹੜੇ ਅਨਆਰਥੋਡੋਕਸ ਨੇ। ਆਰਥੋਡੋਕਸ ਹੁੰਦਾ ਕੱਟੜ ਅਤੇ ਅਨਆਰਥੋਡੋਕਸ ਹੁੰਦਾ ਜਿਹੜੇ ਕੱਟੜ ਨਾ ਹੋਣ। ਤਾਂ ਕੁਝ ਅਨਆਰਥੋਡੋਕਸ ਮੁਸਲਿਮ ਸੇਂਟ ਸੀਗੇ, ਉਹਨਾਂ ਨੇ ਸੂਫੀ ਮੂਵਮੈਂਟ ਨੂੰ ਸਟਾਰਟ ਕਰਿਆ ਇੰਡੀਆ ਦੇ ਵਿੱਚ। ਦਾ ਯੂਨੀਅਨ ਆਫ ਦੀ ਹਿਊਮਨ ਸੋਲ, ਆਤਮਾ ਵਿਦ ਦੀ ਗੋਡ ਥਰੂ ਲਵ ਐਂਡ ਡਿਵੋਸ਼ਨ। ਤਾਂ ਇਹਨਾਂ ਨੇ ਕਿਸ ਚੀਜ਼ 'ਤੇ ਫੋਕਸ ਕੀਤਾ? ਦੈਟ ਇਜ਼ ਔਨ ਲਵ ਐਜ਼ ਵੈਲ ਐਜ਼ ਡਿਵੋਸ਼ਨ।
ਕਿ ਹਿਊਮਨਸ ਦੀ ਆਤਮਾ ਨੂੰ ਪਰਮਾਤਮਾ ਨਾਲ ਮਿਲਾਉਣ ਦਾ ਤਰੀਕਾ ਕੀ ਹੈ, ਲਵ ਐਂਡ ਡਿਵੋਸ਼ਨ ਵਿਦ ਦੀ ਐਸੈਂਸ ਆਫ ਦੀ ਟੀਚਿੰਗਸ ਆਫ ਸੂਫੀ ਸੇਂਟਸ, ਅਤੇ ਨਾਲ ਆਪਣੇ ਸੂਫੀ ਸੇਂਟਸ ਦੀਆਂ ਟੀਚਿੰਗਸ ਨੂੰ ਮੰਨਣਾ। ਸਮ ਲੀਡਿੰਗ ਸੂਫੀ ਸੇਂਟਸ ਲਾਈਕ ਖਵਾਜਾ ਮੁਇਨੁੱਦੀਨ ਚਿਸ਼ਤੀ, ਉਸ ਤੋਂ ਇਲਾਵਾ ਫਰੀਦੁੱਦੀਨ ਗੰਜ ਸ਼ੱਕਰ, ਨਿਜ਼ਾਮੁੱਦੀਨ ਔਲੀਆ। ਤਾਂ ਤੁਹਾਨੂੰ ਮੈਂ ਸੂਫੀ ਮੂਵਮੈਂਟ ਦੇ ਕੰਟੈਕਸਟ 'ਤੇ ਦੱਸਦਾ ਕਿ ਉਰੇ ਆਪਾਂ ਸਿਰਫ ਪੰਜਾਬ ਦੀ ਗੱਲ ਕਰ ਰਹੇ ਹਾਂ, ਪਰ ਆਲ ਓਵਰ ਇੰਡੀਆ ਦੀ ਗੱਲ ਕਰੀਏ ਤਾਂ ਸੂਫੀ ਮੂਵਮੈਂਟ ਅਤੇ ਭਗਤੀ ਮੂਵਮੈਂਟ ਬਹੁਤ ਇੰਪੋਰਟੈਂਟ ਟੋਪਿਕ ਨੇ। ਚਾਹੇ UPSC ਦਾ ਪੇਪਰ ਹੋਵੇ, ਚਾਹੇ ਕੋਈ ਵੀ ਹੋਰ ਇੰਪੋਰਟੈਂਟ ਪੇਪਰ ਹੋਵੇ, ਚਾਹੇ ਆਪਣਾ ਪੰਜਾਬ PCS ਦਾ ਪੇਪਰ ਹੈ, ਤਾਂ ਇਹ ਸੂਫੀ ਅਤੇ ਭਗਤੀ ਮੂਵਮੈਂਟ 'ਚ ਬਹੁਤ ਸਾਰੇ ਕੁਐਸਚਨ ਆਉਂਦੇ ਨੇ। ਇਹਨਾਂ ਨੂੰ ਬਹੁਤ ਡਿਟੇਲ 'ਚ ਕਵਰ ਕਰ ਲਿਓ। ਹੁਣ ਗੱਲ ਕਰਦੇ ਹਾਂ ਭਗਤੀ ਮੂਵਮੈਂਟ ਦੀ। ਭਗਤੀ ਮੂਵਮੈਂਟ ਹਿੰਦੂਇਜ਼ਮ ਦੇ ਵਿੱਚ ਸਟਾਰਟ ਹੋਈ ਸੀ। The Bhakti movement was another glorious religious movement in the history of India, purely based on devotion to God। ਤਾਂ ਇਹਦੇ ਵਿੱਚ ਸਭ ਤੋਂ ਮੇਨ ਪਰਪਸ ਸੀ ਗੋਡ ਦੇ ਪ੍ਰਤੀ ਡਿਵੋਸ਼ਨ, ਪਰਮਾਤਮਾ ਨੂੰ ਸਮਰਪਣ, ਐਂਡ ਨਥਿੰਗ ਐਲਸ। ਡਿਵੋਸ਼ਨ ਮੀਨਸ ਭਗਤੀ ਥਰੂ ਵਿਚ ਵਨ ਕੈਨ ਰਿਅਲਾਈਜ਼ ਗੋਡ। ਤਾਂ ਡਿਵੋਸ਼ਨ ਦਾ ਮਤਲਬ ਕੀ ਸੀ, ਭਗਤੀ ਜਿਹਦੇ ਰਾਹੀਂ ਇੱਕ ਪਰਸਨ ਰੱਬ ਨੂੰ ਪ੍ਰਾਪਤ ਕਰ ਸਕਦਾ ਹੈ। ਚੀਫ ਐਕਸਪੋਨੈਂਟਸ ਕੌਣ ਸੀ, ਕੌਣ ਮੇਜਰ ਪ੍ਰੋਪੋਨੈਂਟ ਸੀਗੇ ਇਸ ਦੇ? ਵਨ ਇਜ਼ ਰਾਮਾਨੁਜ, ਨਿੰਬਾਰਕਾ, ਰਾਮਾਨੰਦ, ਵੱਲਭਾਚਾਰਿਆ, ਕਬੀਰ, ਸ਼੍ਰੀ ਚੈਤਨਿਆ। ਤਾਂ ਇਹ ਕੁਛ ਮੇਨ ਪਰਸਨ ਸੀ ਜੋ ਭਗਤੀ ਮੂਵਮੈਂਟ ਦੇ ਬਹੁਤ ਜ਼ਿਆਦਾ ਪ੍ਰੋਮੀਨੈਂਟ ਪਰਸਨ ਸੀ। ਦੇ ਪ੍ਰੀਚ ਦੀ ਡਾਕਟਰੀਨ ਆਫ ਲਵ ਐਂਡ ਡਿਵੋਸ਼ਨ ਟੂ ਰਿਅਲਾਈਜ਼ ਗੋਡ, ਕਿ ਰੱਬ ਨੂੰ ਪਾਉਣਾ ਹੈ ਤਾਂ ਲਵ ਅਤੇ ਡਿਵੋਸ਼ਨ 'ਤੇ ਫੋਕਸ ਕਰੋ। ਤਾਂ ਜਿਸ ਟਾਈਮ ਇਹ ਦੋ ਮੂਵਮੈਂਟਸ ਚੱਲ ਰਹੀਆਂ ਸੀ ਅਤੇ ਅਲੋਂਗ ਵਿਦ ਇੱਕ ਹੇਟਰਿਡ ਦੀ ਫੀਲਿੰਗ ਸੀ ਹਿੰਦੂਸ ਅਤੇ ਮੁਸਲਿਮਸ ਦੇ ਵਿੱਚ, ਉਸ ਟਾਈਮ 'ਤੇ ਇੱਕ ਨਵਾਂ ਰਿਲੀਜਨ ਹੋਂਦ ਵਿੱਚ ਆਇਆ। ਉਸ ਟਾਈਮ 'ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਬਰਥ ਹੋਇਆ, ਅਤੇ ਜਿਸ ਨਾਲ ਇੱਕ ਨਵੀਂ ਦਿਸ਼ਾ ਮਿਲੀ ਲੋਕਾਂ ਨੂੰ, ਜਿੱਥੇ ਸੂਫੀ ਭਗਤੀ ਮੂਵਮੈਂਟ ਦੇ ਪੈਰਲਲ ਇੱਕ ਨਵੀਂ ਮੂਵਮੈਂਟ ਸਟਾਰਟ ਹੋ ਗਈ, ਦੈਟ ਇਜ਼ ਸਿੱਖ ਰਿਲੀਜਨ। ਤਾਂ ਸਭ ਤੋਂ ਪਹਿਲੀ ਡੇਟ ਜੋ ਸਿੱਖ ਧਰਮ ਦੇ ਵਿੱਚ ਹੈ, ਦੈਟ ਇਜ਼ 15 ਅਪ੍ਰੈਲ 1469, 15 ਅਪ੍ਰੈਲ 1469 ਈਸਵੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਇਨ ਰਾਏਪੁਰ ਤਲਵੰਡੀ, ਪਾਕਿਸਤਾਨ। ਅੱਜ ਦੇ ਟਾਈਮ ਦੇ ਵਿੱਚ ਆਪਾਂ ਉਹਨੂੰ ਨਨਕਾਣਾ ਸਾਹਿਬ ਨਾਲ ਜਾਣਦੇ ਹਾਂ। ਦੈਨ ਉਹ ਕਿੰਨੀ ਦੇਰ ਗੁਰਗੱਦੀ 'ਤੇ ਸੀ? ਹੀ ਇਜ਼ ਫਰੋਮ 1469 ਟੂ 1539। ਤਾਂ 1469 ਤੋਂ ਲੈ ਕੇ 1539 ਤੱਕ ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਗੱਦੀ ਦੇ ਉੱਤੇ ਬੈਠੇ ਸੀ। ਦੈਨ ਜੋਤੀ ਜੋਤ ਸਮਾਉਣਾ, ਕਿ ਕਿਹੜੇ ਈਅਰ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਏ ਸੀ? ਤਾਂ ਉਹ ਹੈ 22 ਸਤੰਬਰ 1539 ਐਟ ਕਰਤਾਰਪੁਰ। ਤਾਂ ਗੁਰੂ ਨਾਨਕ ਦੇਵ ਜੀ 22 ਸਤੰਬਰ 1539 ਨੂੰ ਕਰਤਾਰਪੁਰ ਵਿਖੇ ਜੋਤੀ ਜੋਤ ਸਮਾਏ ਸੀ। ਹੁਣ ਤੁਸੀਂ ਦੇਖਿਆ ਹੋਊਗਾ ਕਿ ਜਿਹੜਾ ਆਪਾਂ ਗੁਰਪੁਰਬ ਦਾ ਫੈਸਟੀਵਲ ਬਣਾਉਂਦੇ ਹਾਂ ਉਹ ਅਰਾਊਂਡ ਨਵੰਬਰ ਦੇ ਵਿੱਚ ਆਉਂਦਾ, ਪਰ ਬਰਥ ਗੁਰੂ ਨਾਨਕ ਦੇਵ ਜੀ ਦਾ 15 ਅਪ੍ਰੈਲ 1469 ਨੂੰ ਹੋਇਆ ਸੀ। ਤਾਂ ਇਹਦਾ ਡਿਫਰੈਂਸ ਦੇ ਪਿੱਛੇ ਇੱਕ ਬਹੁਤ ਲੰਬੀ ਸਟੋਰੀ ਹੈ, ਤੁਹਾਨੂੰ ਉਹ ਨਹੀਂ ਪੁੱਛੀ ਜਾਏਗੀ ਪੇਪਰ ਦੇ ਵਿੱਚ। ਪਰ ਜੇ ਐਗਜ਼ੈਕਟ ਬਰਥ ਡੇਟ ਪੁੱਛਿਆ ਜਾਵੇ ਤਾਂ ਉਹ ਹੈ 15 ਅਪ੍ਰੈਲ 1469। ਦੈਨ ਉਹਨਾਂ ਦੇ ਪੇਰੈਂਟਸ ਕੌਣ ਸੀ ਗੁਰੂ ਨਾਨਕ ਦੇਵ ਜੀ ਦੇ? ਉਹਨਾਂ ਦੇ ਫਾਦਰ ਸੀ ਮਹਿਤਾ ਕਾਲੂ ਅਤੇ ਮਾਤਾ ਸੀ ਮਾਤਾ ਤ੍ਰਿਪਤਾ ਦੇਵੀ। ਦੈਨ ਬ੍ਰਦਰ ਸਿਸਟਰਸ, ਉਹਨਾਂ ਦੀ ਇੱਕ ਸਿਸਟਰ ਹੀ ਸੀ, ਕੋਈ ਵੀ ਬ੍ਰਦਰ ਨਹੀਂ ਸੀ। ਸਿਸਟਰ ਇਜ਼ ਬੇਬੇ ਨਾਨਕੀ। ਸਪਾਊਸ, ਉਹਨਾਂ ਦੀ ਵਾਈਫ ਕੌਣ ਸੀ? ਦੈਟ ਇਜ਼ ਮਾਤਾ ਸੁਲਖਨੀ ਜੀ। ਦੈਨ ਚਿਲਡਰਨ, ਬੱਚੇ, ਸ਼੍ਰੀ ਚੰਦ ਐਂਡ ਲక్ష్ਮੀ ਦਾਸ। ਤਾਂ ਇਹ ਜੀ ਬੇਸਿਕ ਇਨਫੋਰਮੇਸ਼ਨ ਸਿੱਖ ਗੁਰੂ ਸਾਹਿਬਾਨਾਂ ਬਾਰੇ ਪੁੱਛੀ ਜਾ ਸਕਦੀ ਹੈ ਪੰਜਾਬ ਦੇ ਪੇਪਰਾਂ ਦੇ ਵਿੱਚ, ਤਾਂ ਇਹਨਾਂ ਨੂੰ ਧਿਆਨ ਵਿੱਚ ਰੱਖਣਾ ਹੈ। ਦੈਨ ਇੰਪੋਰਟੈਂਟ ਟੀਚਿੰਗਸ ਆਫ ਸ਼੍ਰੀ ਗੁਰੂ ਨਾਨਕ ਦੇਵ ਜੀ। ਗੁਰੂ ਨਾਨਕ ਦੇਵ ਜੀ ਨੇ ਬਹੁਤ ਸਾਰੀ ਟੀਚਿੰਗਸ ਦਿੱਤੀਆਂ, ਤਾਂ ਮੈਂ ਉਹਦੇ 3 ਮੇਜਰ ਦੀ ਗੱਲ ਕਰ ਰਿਹਾ। ਜਿਹੜਾ ਤੁਸੀਂ ਕਿਸੇ ਵੀ ਗੁਰਦੁਆਰੇ ਵਿੱਚ ਜਾਓਗੇ ਤਾਂ ਉੱਥੇ ਲਿਖਿਆ ਹੀ ਹੁੰਦੀਆਂ ਨੇ ਟੀਚਿੰਗਸ। ਵਨ ਇਜ਼ ਨਾਮ ਜਪਣਾ, ਕਿ ਸਭ ਨੇ ਰੱਬ ਦਾ ਨਾਮ ਜਪਣਾ ਹੈ। ਦੈਨ ਕਿਰਤ ਕਰਨੀ, ਮਿਹਨਤ ਕਰਕੇ ਚੰਗੇ ਕੰਮ ਕਰਨੇ। ਦੈਨ ਵੰਡ ਛਕਣਾ, ਤਾਂ ਜੋ ਵੀ ਤੁਸੀਂ ਅਰਨ ਕੀਤਾ ਉਹਨੂੰ ਆਪਸ ਦੇ ਵਿੱਚ ਵੰਡ ਕੇ ਛਕ ਲੈਣਾ। ਲਾਈਕ ਲੰਗਰ ਪ੍ਰਥਾ, ਤਾਂ ਗੁਰੂ ਨਾਨਕ ਦੇਵ ਜੀ ਨੇ ਹੀ ਲੰਗਰ ਪ੍ਰਥਾ ਨੂੰ ਇੰਟਰੋਡਿਊਸ ਕੀਤਾ ਸੀ। ਜੇ ਤੁਹਾਡੇ ਤੋਂ ਕੁਐਸਚਨ ਪੁੱਛਿਆ ਜਾਵੇ ਕਿ ਲੰਗਰ ਪ੍ਰਥਾ ਕਿਸ ਗੁਰੂ ਸਾਹਿਬਾਨ ਨੇ ਇੰਟਰੋਡਿਊਸ ਕੀਤੀ ਸੀ, ਤਾਂ ਉਹ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ। ਉਸ ਤੋਂ ਇਲਾਵਾ ਰਾਈਟਿੰਗਸ ਆਫ ਸ਼੍ਰੀ ਗੁਰੂ ਨਾਨਕ ਦੇਵ ਜੀ, ਉਹਨਾਂ ਦੇ 974 ਸਪਿਰਿਚੁਅਲ ਹਿਮਸ ਨੇ ਜਿਹੜੇ ਅਲੱਗ-ਅਲੱਗ ਰਾਈਟਿੰਗਸ ਦੇ ਵਿੱਚ ਨੇ। ਜਪਜੀ ਸਾਹਿਬ, ਆਸਾਂ ਦੀ ਵਾਰ, 12 ਮਾਹ, ਸਿੱਧ ਕੋਸ਼ਟ, ਦੱਖਣੀ ਓਂਕਾਰ। ਤਾਂ ਇਹ ਜਿਹੀਆਂ ਬਹੁਤ ਸਾਰੇ ਰਾਈਟਿੰਗਸ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ, ਅਤੇ ਉਹਨਾਂ ਦੀਆਂ ਰਾਈਟਿੰਗਸ ਨੂੰ ਕਿੱਥੇ ਇਨਕੋਰਪੋਰੇਟ ਕੀਤਾ ਗਿਆ? ਦੇ ਆਰ ਇਨਕੋਰਪੋਰੇਟਿਡ ਇਨ ਦੀ ਸਕ੍ਰਿਪਚਰ ਆਫ ਗੁਰੂ ਗ੍ਰੰਥ ਸਾਹਿਬ ਬਾਈ ਦੀ
5th ਗੁਰੂ ਅਰਜਨ ਦੇਵ ਜੀ। ਤਾਂ 5ਵੇਂ ਗੁਰੂ ਸਾਹਿਬਾਨ ਸੀ ਜਿਹੜੇ ਗੁਰੂ ਅਰਜਨ ਦੇਵ ਜੀ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀਆਂ ਰਾਈਟਿੰਗਸ ਨੂੰ ਰੱਖਿਆ ਹੈ। ਇਹਨੂੰ ਸਟਾਰਟਿੰਗ ਦੇ ਵਿੱਚ ਆਦਿ ਗ੍ਰੰਥ ਬੋਲਿਆ ਜਾਂਦਾ ਸੀ, ਗੁਰੂ ਗ੍ਰੰਥ ਸਾਹਿਬ ਇਹਨਾਂ ਨੂੰ ਬਾਅਦ 'ਚੋਂ ਬੋਲਣਾ ਸ਼ੁਰੂ ਕੀਤਾ ਗਿਆ। ਹੁਣ ਗੱਲ ਕਰਦੇ ਹਾਂ ਗੁਰੂ ਜੀ ਦੀਆਂ 4 ਉਦਾਸੀਆਂ ਦੀ। ਤਾਂ ਗੁਰੂ ਜੀ ਨੇ 4 ਬੜੀਆਂ ਸਪਿਰਿਚੁਅਲ ਜਰਨੀਜ਼ ਕਰੀਆਂ, 4 ਉਦਾਸੀਆਂ ਕਰੀਆਂ ਤਾਂ ਕਿ ਵਰਲਡ ਓਵਰ ਉਹ ਸਿੱਖ ਧਰਮ ਬਾਰੇ ਇੱਕ ਮੈਸੇਜ ਸਪਰੈਡ ਕਰ ਸਕਣ, ਇੱਕ ਲਵ ਅਤੇ ਡਿਵੋਸ਼ਨ ਦਾ ਮੈਸੇਜ ਸਪਰੈਡ ਕਰ ਸਕਣ, ਇੱਕ ਰੱਬ ਬਾਰੇ ਮੈਸੇਜ ਸਪਰੈਡ ਕਰ ਸਕਣ। ਤਾਂ ਉਹ ਜਿਹੜੀਆਂ 4 ਸਪਿਰਿਚੁਅਲ ਜਰਨੀਜ਼ ਕਰੀਆਂ ਸੀ, ਉਹ ਉਹਨਾਂ ਟੋਟਲ ਡਿਸਟੈਂਸ ਸੀ ਅਰਾਊਂਡ 30,000 ਕਿਲੋਮੀਟਰਸ, ਅਤੇ ਕਵਰ ਕਰਦੀਆਂ ਸੀ ਉਹ ਇੰਡੀਆ, ਸਾਊਥ ਏਸ਼ੀਆ, ਤਿੱਬਤ, ਅਰੇਬੀਆ ਅਤੇ ਹੋਰ ਵੀ ਬਹੁਤ ਸਾਰੇ ਛੋਟੇ ਕੰਟਰੀਜ਼। ਅਤੇ ਉਹਨਾਂ ਟੋਟਲ ਡਿਸਟੈਂਸ 30,000 ਕਿਲੋਮੀਟਰ ਕਵਰ ਕੀਤਾ ਸਿੱਖ ਧਰਮ ਦਾ, ਅਤੇ ਇੱਕ ਰੱਬ ਬਾਰੇ ਇਨਫੋਰਮੇਸ਼ਨ ਦੇਣ ਲਈ ਲੋਕਾਂ ਨੂੰ। ਅਤੇ ਉਹਨਾਂ ਇਸ ਜਰਨੀਜ਼ ਦੌਰਾਨ ਕੀ ਪ੍ਰੀਚਿੰਗਸ ਦਿੱਤੀਆਂ, ਕੀ ਸਿਖਾਇਆ ਲੋਕਾਂ ਨੂੰ। ਤਾਂ ਜਿਵੇਂ ਤੁਸੀਂ ਮੂਲ ਮੰਤਰ ਦੇਖਿਆ ਹੋਊਗਾ ਸਿੱਖ ਰਿਲੀਜਨ ਦਾ, ਤਾਂ ਉਹਦੇ ਵਿੱਚ ਬਹੁਤ ਸਾਰੇ ਵਰਡਸ ਨੇ, ਉਹ ਸਾਰੇ ਵਰਡਸ ਬਹੁਤ ਇੰਪੋਰਟੈਂਟ ਚੀਜ਼ਾਂ ਨੂੰ ਦੇਖਦੇ ਨੇ। ਤਾਂ ਉਹੀ ਉਹਨਾਂ ਦੀਆਂ ਮੇਜਰ ਪ੍ਰੀਚਿੰਗਸ ਰਹੀਆਂ ਇਹਨਾਂ ਉਦਾਸੀਜ਼ ਦੇ ਟਾਈਮ 'ਤੇ। ਤਾਂ ਗੁਰੂ ਨਾਨਕ ਦੇਵ ਜੀ ਪ੍ਰੀਚਡ ਦੀ ਨਿਊ ਕੰਸੈਪਟ ਆਫ ਗੋਡ ਐਜ਼ ਅ ਸੁਪਰੀਮ, ਕਿ ਜਿਹੜਾ ਭਗਵਾਨ ਹੈ ਉਹ ਸੁਪਰੀਮ ਹੈ, ਦੈਟ ਇਜ਼ ਆਲ ਪਾਵਰਫੁਲ ਐਂਡ ਟਰੂਥਫੁਲ, ਕਿ ਸਭ ਤੋਂ ਪਾਵਰਫੁਲ ਅਤੇ ਟਰੂਥਫੁਲ ਰੱਬ ਹੀ ਹੈ। ਦੈਨ ਗੋਡ ਇਜ਼ ਫੋਰਮਲੈਸ, ਕਿ ਰੱਬ ਦਾ ਕੋਈ ਵੀ ਆਕਾਰ ਨਹੀਂ ਹੈ। ਤਾਂ ਇਟ ਮੀਨਸ ਗੋਡ ਇਜ਼ ਨਿਰੰਕਾਰ, ਕੋਈ ਵੀ ਆਕਾਰ ਦੇ ਵਿੱਚ ਤੁਸੀਂ ਰੱਬ ਨੂੰ ਨਹੀਂ ਦੇਖ ਸਕਦੇ, ਕਿਉਂਕਿ ਰੱਬ ਦਾ ਕੋਈ ਵੀ ਆਕਾਰ ਨਹੀਂ ਹੈ। ਦੈਨ ਫੀਅਰਲੈਸ, ਕਿ ਰੱਬ ਹੈ ਜਿਹੜਾ ਉਹ ਨਿਰਭੈ ਹੈ, ਰੱਬ ਨੂੰ ਕਿਸੇ ਵੀ ਚੀਜ਼ ਦਾ ਕੋਈ ਵੀ ਡਰ ਨਹੀਂ ਹੈ। ਦੈਨ ਵਿਦਾਊਟ ਹੇਟ, ਕਿ ਰੱਬ ਦੇ ਅੰਦਰ ਕਿਸੇ ਵੀ ਪਰਸਨ ਲਈ ਕੋਈ ਵੀ ਤਰ੍ਹਾਂ ਦੀ ਹੇਟ ਨਹੀਂ ਹੈ, ਕੋਈ ਵੀ ਨਫ਼ਰਤ ਨਹੀਂ ਹੈ, ਜਿਸ ਨੂੰ ਕਿਹਾ ਜਾਂਦਾ ਨਿਰਵੈਰ। ਦੈਨ ਕਿ ਗੋਡ ਇਜ਼ ਵਨ, ਕਿ ਰੱਬ ਇੱਕ ਹੀ ਹੈ। ਦੈਨ ਦ ਸੈਲਫ ਐਗਜ਼ਿਸਟੈਂਟ, ਕਿ ਰੱਬ ਸਹਿਭੰਗ ਹੈ। ਦੈਨ ਦ ਇਨਕੰਪਰੀਹੈਂਸਿਵ ਐਂਡ ਦੀ ਐਵਰ ਲਾਸਟਿੰਗ ਕ੍ਰੀਏਟਰ ਆਫ ਆਲ ਥਿੰਗਸ, ਕਿ ਰੱਬ ਹਮੇਸ਼ਾ ਲਈ ਹੈ ਅਤੇ ਉਹ ਕਦੇ ਵੀ ਖਤਮ ਨਹੀਂ ਹੋ ਸਕਦਾ। ਦੈਟ ਇਜ਼ ਗੋਡ ਇਜ਼ ਕਰਤਾ ਪੁਰਖ ਐਂਡ ਦੀ ਇਟਰਨਲ ਐਂਡ ਐਬਸੋਲਿਊਟ ਟਰੂਥ, ਕਿ ਸਭ ਤੋਂ ਵੱਡਾ ਸੱਚ ਜੋ ਹੈ ਉਹ ਰੱਬ ਹੀ ਹੈ, ਦੈਟ ਇਜ਼ ਸਤਨਾਮ। ਅਤੇ ਸਾਰੇ ਵਰਡਸ ਨੂੰ ਅਤੇ ਤੁਸੀਂ ਮੀਨਿੰਗ ਦਿਮਾਗ ਦੇ ਵਿੱਚ ਰੱਖਣੇ ਹੈ, ਕਿਸੇ ਉੱਤੇ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ। ਅਤੇ ਇੱਕ ਗੱਲ ਕਰਦੇ ਹਾਂ ਕਰਤਾਰਪੁਰ ਸ਼ਹਿਰ ਦੀ, ਜਿਹੜਾ ਗੁਰੂ ਨਾਨਕ ਦੇਵ ਜੀ ਨੇ ਵਸਾਇਆ ਸੀ ਇਨ 1522। ਤਾਂ 1522 ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਖੁਦ ਤੋਂ ਟਾਊਨ ਬਿਲਟ ਕਰਿਆ ਸੀ ਔਨ ਦੀ ਬੈਂਕਸ ਆਫ ਰਾਵੀ ਰਿਵਰ। ਤਾਂ ਇਹ ਕਰਤਾਰਪੁਰ ਸ਼ਹਿਰ, ਜਿਸ ਦੀਆਂ ਫੋਟੋ ਦੇਖ ਸਕਦੇ ਹੋ ਤੁਸੀਂ। ਤਾਂ ਇੱਥੇ ਲਾਸਟ ਵਾਲੇ ਆਪਣੇ ਗੁਰੂ ਜੀ ਨੇ 17-18 ਸਾਲ ਆਪਣੀ ਲਾਸਟ ਦੇ ਇੱਥੇ ਹੀ ਬਿਤਾਏ ਸੀ, ਇੱਥੇ ਹੀ ਉਹ ਰਹਿੰਦੇ ਸੀ। ਅਤੇ ਫੋਲੋਅਰਸ ਫਰੋਮ ਆਲ ਓਵਰ ਕੇਮ ਟੂ ਸੈਟਲ ਇਨ ਕਰਤਾਰਪੁਰ ਟੂ ਲਿਸਨ ਐਂਡ ਸਿੰਗ ਐਂਡ ਬੀ ਵਿਦ ਹਿਮ। ਤਾਂ ਜਦੋਂ ਰੱਬ ਦੇ ਭਜਨ ਕਰਦੇ ਸੀ, ਰੱਬ ਦਾ ਨਾਂ ਲੈਂਦੇ ਸੀ, ਤਾਂ ਫੋਲੋਅਰਸ ਉਹਨਾਂ ਨਾਲ ਮਿਲ ਕੇ ਰੱਬ ਦਾ ਨਾਂ ਲੈਂਦੇ ਸੀ। ਹੁਣ ਵੀ ਕਰਤਾਰਪੁਰ ਕੋਰੀਡੋਰ ਹਮੇਸ਼ਾ ਚਰਚੇ 'ਚ ਹੀ ਰਹਿੰਦਾ ਹੈ, ਤਾਂ ਤੁਸੀਂ ਉਸ ਨੂੰ ਚੰਗੀ ਤਰ੍ਹਾਂ ਪ੍ਰੀਪੇਅਰ ਕਰ ਲਿਓ ਪੇਪਰ ਦੇ ਹਿਸਾਬ ਨਾਲ। ਦੈਨ ਗੱਲ ਕਰਦੇ ਹਾਂ ਨੈਕਸਟ ਗੁਰੂ ਸਾਹਿਬਾਨ ਦੀ, ਦੈਟ ਇਜ਼ ਗੁਰੂ ਅੰਗਦ ਦੇਵ ਜੀ। ਤਾਂ ਗੁਰੂ ਅੰਗਦ ਦੇਵ ਜੀ ਦਾ ਓਰੀਜਨਲ ਨਾਮ ਭਾਈ ਲਹਿਣਾ ਜੀ ਸੀ, ਅਤੇ ਉਹਨਾਂ ਦਾ ਬਰਥ ਹੋਇਆ ਸੀ 31 ਮਾਰਚ 1504 ਨੂੰ ਹਰੀਕੇ ਵਿਖੇ, ਜੋ ਅੰਮ੍ਰਿਤਸਰ ਵਿੱਚ ਪੈਂਦਾ ਹੈ। 31 ਮਾਰਚ 1504, ਚਾਹੇ ਆ ਮੂਰਲੀ ਡੇਟ ਨਾ ਯਾਦ ਰੱਖਿਓ, ਬਟ ਈਅਰ ਤੁਹਾਨੂੰ ਯਾਦ ਰਹਿਣਾ ਚਾਹੀਦਾ। ਦੈਨ ਗੁਰੂਸ਼ਿਪ, ਕੇ ਗੁਰੂ ਗੱਦੀ 'ਤੇ ਉਹ ਕਿੰਨੇ ਟਾਈਮ 'ਤੇ ਸੀ? ਹੀ ਵਾਜ਼ ਅ ਗੁਰੂ ਫਰੋਮ ਏਜ 35 ਫॉर 13 ਈਅਰਸ। 1539 ਵਿੱਚ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾ ਗਏ, ਤਾਂ ਉਹਨਾਂ ਨੇ ਗੁਰੂ ਅੰਗਦ ਦੇਵ ਜੀ ਨੂੰ ਆਪਣਾ ਹੀ ਅੰਗ ਦੱਸਦੇ ਹੋਏ ਉਹਨਾਂ ਨੂੰ ਗੁਰਗੱਦੀ ਦੇ ਦਿੱਤੀ, ਅਤੇ ਉਹ ਅਗਲੇ 13 ਸਾਲਾਂ ਵਾਸਤੇ ਗੁਰਗੱਦੀ 'ਤੇ ਰਹੇ। ਦੈਨ ਜੋਤੀ ਜੋਤ ਸਮਾਨ ਆਫ ਗੁਰੂ ਅੰਗਦ ਦੇਵ ਜੀ ਇਜ਼ ਇਨ ਅਪ੍ਰੈਲ 16, 1552 ਅਤੇ 1552 ਦੇ ਵਿੱਚ ਗੁਰੂ ਅੰਗਦ ਦੇਵ ਜੀ ਜੋਤੀ ਜੋਤ ਸਮਾਏ ਨੇ। ਦੈਨ ਪੇਰੈਂਟਸ ਆਫ ਗੁਰੂ ਜੀ, ਕਿ ਗੁਰੂ ਅੰਗਦ ਦੇਵ ਜੀ ਦੇ ਜਿਹੜੇ ਫਾਦਰ ਸੀ ਉਹ ਸੀ ਭਾਈ ਫੇਰੂਮਲ, ਅਤੇ ਮਦਰ ਸੀ ਮਾਤਾ ਸ਼ਬਰੀ। ਦੈਨ ਸਪਾਊਸ, ਉਹਨਾਂ ਦੀ ਵਾਈਫ ਸੀ ਮਾਤਾ ਖੀਵੀ। ਅਤੇ ਉਹਨਾਂ ਦੇ ਚਿਲਡਰਨ ਦੀ ਗੱਲ ਕਰੀਏ ਤਾਂ ਉਹਨਾਂ ਦੇ 2 ਸਨ ਸੀ, 2 ਲੜਕੇ ਸੀ ਉਹਨਾਂ ਦੇ, ਬਾਬਾ ਦਾਸੂ ਜੀ ਅਤੇ ਬਾਬਾ ਦੱਤੂ ਜੀ। ਅਤੇ ਡਾਟਰਸ ਦੀ ਗੱਲ ਕਰੀਏ ਤਾਂ 2 ਹੀ ਕੁੜੀਆਂ ਸੀ ਉਹਨਾਂ ਦੇ, ਬੀਬੀ ਅਮਰੋ ਜੀ ਐਂਡ ਬੀਬੀ ਅਨੋਖੀ ਜੀ। ਹੁਣ ਗੱਲ ਕਰਦੇ ਹਾਂ ਗੁਰੂ ਅੰਗਦ ਦੇਵ ਜੀ ਦੀ ਕੰਟਰੀਬਿਊਸ਼ਨਸ ਦੀ, ਕਿ ਉਹਨਾਂ ਨੇ ਕੀ ਬਾਣੀ ਦਿੱਤੀ। ਤਾਂ ਉਹਨਾਂ ਦੇ 63 ਸ਼ਬਦ ਅਤੇ ਸ਼ਲੋਕ ਨੇ ਜਿਹੜੇ ਹੁਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੇ।
ਉਸ ਤੋਂ ਇਲਾਵਾ ਉਹਨਾਂ ਕੀ ਪ੍ਰਿੰਸੀਪਲ ਸੀ, ਤਾਂ ਗੁਰੂ ਜੀ ਡੈਮੋਨਸਟ੍ਰੇਟਿਡ ਦੀ ਪ੍ਰਿੰਸੀਪਲਸ ਆਫ ਨਿਸ਼ਕਾਮ ਸੇਵਾ, ਸੈਲਫਲੈਸ ਸਰਵਿਸ, ਕਿ ਆਪਾਂ ਨੂੰ ਸੇਵਾ ਕਰਨੀ ਚਾਹੀਦੀ ਹੈ ਵਿਦਾਊਟ ਥਿੰਕਿੰਗ ਕਿ ਉਹਦੇ ਬੈਨੀਫਿਟਸ ਕੀ ਹੋਣਗੇ। ਟੂ ਦੀ ਹਿਊਮੈਨਿਟੀ, ਕੰਪਲੀਟ ਸਰੈਂਡਰ ਟੂ ਦੀ ਗੁਰੂ ਐਂਡ ਟੂ ਦੀ ਵਿਲ ਆਫ ਗੋਡ, ਕਿ ਰੱਬ ਜੋ ਕਰ ਰਿਹਾ ਉਹ ਠੀਕ ਕਰ ਰਿਹਾ, ਅਤੇ ਆਪਾਂ ਨੂੰ ਜੋ ਵੀ ਗੁਰੂ ਜੀ ਦੱਸ ਰਹੇ ਨੇ ਉਹ ਬਿਲਕੁਲ ਠੀਕ ਦੱਸ ਰਹੇ ਨੇ, ਅਤੇ ਆਪਾਂ ਨੂੰ ਇਹੀ ਸੋਚ ਕੇ ਅੱਗੇ ਵਧਣਾ ਚਾਹੀਦਾ ਹੈ। ਦੈਨ ਇੰਪੋਰਟੈਂਟ ਥਿੰਗ ਅਬਾਊਟ ਗੁਰੂ ਜੀ ਇਜ਼ ਨਿਊ ਸਕ੍ਰਿਪਟ, ਕਿ ਉਹਨਾਂ ਇੱਕ ਨਵੀਂ ਲਿਪੀ ਦੀ ਫਾਰਮਲਾਈਜ਼ ਦੀ ਪ੍ਰੈਜੈਂਟ ਫਾਰਮ ਆਫ ਗੁਰੂਮੁਖੀ ਸਕ੍ਰਿਪਟ। ਹੁਣ ਸਕ੍ਰਿਪਟ ਕੀ ਹੁੰਦੀ ਹੈ? ਸਕ੍ਰਿਪਟ ਹੁੰਦੀ ਹੈ ਲਿਪੀ। ਦੇਖੋ, ਇੱਕ ਤਾਂ ਹੁੰਦੀ ਹੈ ਭਾਸ਼ਾ, ਜਿਵੇਂ ਆਪਾਂ ਪੰਜਾਬੀ ਭਾਸ਼ਾ ਬੋਲ ਰਹੇ ਹਾਂ, ਇਹ ਤਾਂ ਬਹੁਤ ਪਹਿਲਾਂ ਤੋਂ ਬੋਲੀ ਜਾਂਦੀ ਹੈ। ਈਵਨ 12ਵੀਂ ਸਦੀ ਦੇ ਵਿੱਚ ਫਰੀਦ ਜੀ ਆਏ ਸੀ, ਉਹਨਾਂ ਨੇ ਵੀ ਪੰਜਾਬੀ ਭਾਸ਼ਾ ਨੂੰ ਵਰਤੋਂ ਕੀਤੀ ਸੀ। ਇੱਕ ਹੁੰਦੀ ਹੈ ਲਿਪੀ, ਜਿਹਨੂੰ ਆਪਾਂ ਸਕ੍ਰਿਪਟ ਕਹਿੰਦੇ ਹਾਂ, ਕਿ ਭਾਸ਼ਾ ਨੂੰ ਲਿਖਣ ਦਾ ਤਰੀਕਾ ਕੀ ਹੈ। ਜਿਵੇਂ ਹੁਣ ਆਪਾਂ ਜਨਰਲੀ ਮੈਸੇਜਿਸ ਦੇ ਵਿੱਚ ਕੀ ਕਰਦੇ ਹਾਂ, ਆਪਾਂ ਲਿਖ ਰਹੇ ਪੰਜਾਬੀ ਹੁੰਦੇ ਹਾਂ, ਪਰ ਉਹਨੂੰ ਆਪਾਂ ਲਿਖਦੇ ਕੀ ਹਾਂ, ਇੰਗਲਿਸ਼ ਦੇ ਵਰਡਸ ਯੂਜ਼ ਕਰਕੇ, ਇੰਗਲਿਸ਼ ਅਲਫਾਬੈਟਸ ਨੂੰ ਯੂਜ਼ ਕਰਕੇ। ਅਤੇ ਇਹਦਾ ਮਤਲਬ ਉੱਥੇ ਤੁਹਾਡੀ ਭਾਸ਼ਾ ਪੰਜਾਬੀ ਹੈ, ਬਟ ਜਿਹੜੀ ਤੁਹਾਡੀ ਸਕ੍ਰਿਪਟ ਹੈ ਉਹ ਇੰਗਲਿਸ਼ ਹੈ। ਪਰ ਉਵੇਂ ਹੀ ਉਹਨਾਂ ਨੇ ਗੁਰੂਮੁਖੀ ਸਕ੍ਰਿਪਟ ਦੀ ਫਾਊਂਡੇਸ਼ਨ ਕੀਤੀ, ਜਿਹੜੀ ਊੜਾ ਆੜਾ ਈੜੀ ਆਪਾਂ ਕਹਿੰਦੇ ਹਾਂ, ਤਾਂ ਉਹ ਗੁਰੂ ਅੰਗਦ ਦੇਵ ਜੀ ਨੇ ਫਾਰਮਲਾਈਜ਼ ਕਰਿਆ, ਤਾਂ ਗੁਰਮੁਖੀ ਸਕ੍ਰਿਪਟ ਦਿੱਤੀ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ। ਦੈਨ ਜੋ ਲੰਗਰ ਸਿਸਟਮ ਜੋ ਸਟਾਰਟ ਕੀਤਾ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ, ਉਹਨੂੰ ਮੇਨਟੇਨ ਐਂਡ ਡਿਵੈਲਪ ਕੀਤਾ, ਅਤੇ ਉਹਨੂੰ ਇੱਕ ਪ੍ਰੋਪਰ ਇੰਸਟੀਟਿਊਸ਼ਨਲ ਫਾਰਮ ਦਿੱਤੀ ਗੁਰੂ ਅੰਗਦ ਦੇਵ ਜੀ ਨੇ। ਦੈਨ ਉਹਨਾਂ ਨੇ ਸਿੱਖ ਧਰਮ ਨੂੰ ਐਸਟੈਬਲਿਸ਼ ਕਰਨ ਵਾਸਤੇ ਅਤੇ ਵਾਈਡਲੀ ਪ੍ਰੋਪੇਗੇਟ ਕਰਨ ਵਾਸਤੇ ਕੀ ਕੀਤਾ, ਉਹਨਾਂ ਨੇ ਧਰਮਸ਼ਾਲਾਸ ਐਸਟੈਬਲਿਸ਼ ਕਰੀਆਂ। ਹੁਣ ਇਹ ਧਰਮਸ਼ਾਲਾਸ ਕੀ ਨੇ? ਦੀਜ਼ ਆਰ ਸਿੱਖ ਰਿਲੀਜੀਅਸ ਇੰਸਟੀਟਿਊਸ਼ਨਸ ਫॉर ਦੀ ਸਟਰੈਂਥਨਿੰਗ ਆਫ ਬੇਸ ਆਫ ਸਿੱਖੀਜ਼ਮ ਐਂਡ ਪ੍ਰੀਚਿੰਗ ਸਿੱਖੀ। ਤਾਂ ਸਿੱਖੀ ਸਿਖਾਉਣ ਲਈ, ਸਿੱਖ ਦੇ ਪ੍ਰਿੰਸੀਪਲਸ ਅੱਗੇ ਪ੍ਰੀਚ ਕਰਨ ਲਈ ਉਹਨਾਂ ਨੇ ਧਰਮਸ਼ਾਲਾਸ ਦੀ ਐਸਟੈਬਲਿਸ਼ਮੈਂਟ ਕਰੀ ਬਾਏ ਗੁਰੂ ਅੰਗਦ ਦੇਵ ਜੀ। ਦੈਨ ਗੁਰੂ ਜੀ ਸਟਾਰਟਿਡ ਦੀ ਟ੍ਰੈਡੀਸ਼ਨ ਆਫ ਮੱਲ ਅਖਾੜਾ, ਤਾਂ ਫਿਜ਼ੀਕਲ ਵਰਕਸ 'ਤੇ ਵੀ ਉਹਨਾਂ ਨੇ ਜ਼ੋਰ ਦਿੱਤਾ ਕਿ ਫਿਜ਼ੀਕਲ ਫਿੱਟ ਰਹਿਣਾ ਵੀ ਬਹੁਤ ਜ਼ਰੂਰੀ ਹੈ ਸਪਿਰਿਚੁਅਲ ਡਿਵੈਲਪਮੈਂਟ ਦੇ ਨਾਲ। ਤਾਂ ਉਹਨਾਂ ਨੇ ਮੱਲ ਅਖਾੜਾ ਦੀ ਟ੍ਰੈਡੀਸ਼ਨ ਨੂੰ ਸਟਾਰਟ ਕੀਤਾ ਐਂਡ ਐਮਫੇਸਾਈਜ਼ ਫਿਜ਼ੀਕਲ ਵੈਲਬੀਂਗ ਟੂ ਗੋ ਅਲੋਂਗ ਵਿਦ ਸਪਿਰਿਚੁਅਲ ਡਿਵੈਲਪਮੈਂਟ। ਕਹਿੰਦੇ ਸਪਿਰਿਚੁਅਲ ਡਿਵੈਲਪਮੈਂਟ ਦੇ ਨਾਲ ਹਰੇਕ ਪਰਸਨ ਦਾ ਫਿਜ਼ੀਕਲੀ ਫਿੱਟ ਹੋਣਾ ਵੀ ਬਹੁਤ ਜ਼ਰੂਰੀ ਹੈ। ਦੈਨ ਹੀ ਐਸਟੈਬਲਿਸ਼ਡ ਖਡੂਰ ਸਾਹਿਬ, ਨਾਓ ਸਿਚੁਏਟਿਡ ਇਨ ਤਰਨਤਾਰਨ। ਤਾਂ ਜਦੋਂ ਗੁਰੂ ਨਾਨਕ ਦੇਵ ਜੀ ਨੇ ਗੁਰੂ ਗੱਦੀ ਗੁਰੂ ਅੰਗਦ ਦੇਵ ਜੀ ਨੂੰ ਦੇ ਦਿੱਤੀ, ਤਾਂ ਜਿਹੜਾ ਕਰਤਾਰਪੁਰ ਸੀ ਉਹ ਉਹਨਾਂ ਦੇ ਪੁੱਤਰਾਂ ਨੇ ਰੱਖ ਲਿਆ, ਸ਼੍ਰੀ ਚੰਦ ਅਤੇ ਲਖਮੀ ਦਾਸ ਨੇ। ਅਤੇ ਇਸ ਕਰਕੇ ਫਿਰ ਗੁਰੂ ਅੰਗਦ ਦੇਵ ਜੀ ਨੂੰ ਨਵਾਂ ਸ਼ਹਿਰ ਐਸਟੈਬਲਿਸ਼ ਕਰਨਾ ਪਿਆ ਸਿੱਖ ਧਰਮ ਲਈ। ਤਾਂ ਉਹਨਾਂ ਨੇ ਕਿਹੜੀ ਸਿਟੀ ਐਸਟੈਬਲਿਸ਼ ਕੀਤੀ? ਦੈਟ ਇਜ਼ ਖਡੂਰ ਸਾਹਿਬ, ਜਿਹੜੀ ਹੁਣ ਤਰਨਤਾਰਨ ਵਿਖੇ ਹੈ। ਤਾਂ ਅਗਲੇ ਗੁਰੂ ਸਾਹਿਬਾਨ ਆਪਾਂ ਅਗਲੀ ਵੀਡੀਓ ਵਿੱਚ ਡਿਸਕਸ ਕਰਾਂਗੇ। ਤਾਂ ਇੱਕ ਕੁਐਸਚਨ ਮੈਂ ਪੁੱਛ ਰਿਹਾ, ਇਹ ਮੈਂ ਤੁਹਾਨੂੰ ਪਿਛਲੀ ਵੀਡੀਓ ਵਿੱਚ ਆਪਾਂ ਡਿਸਕਸ ਕਰਿਆ ਸੀ ਕਿ ਗੁਰੂ ਅੰਗਦ ਦੇਵ ਜੀ ਸੀ ਜਿਹੜੇ, ਉਹ ਕਿਹੜੇ ਮੁਗਲ ਰੂਲਰ ਦੇ ਸਮਕਾਲੀਨ ਸੀ, ਕਿਹੜੇ ਮੁਗਲ ਰੂਲਰ ਦੇ ਉਹ ਕੰਟੈਂਪਰੇਰੀ ਸੀ। ਇਟ ਮੀਨਸ ਜਦੋਂ ਗੁਰੂ ਅੰਗਦ ਦੇਵ ਜੀ ਗੁਰੂ ਗੱਦੀ ਦੇ ਉੱਤੇ ਸੀ, ਤਾਂ ਉਸ ਟਾਈਮ ਕਿਹੜੇ ਮੁਗਲ ਰੂਲਰ ਦਾ ਰਾਜ ਸੀ ਇੰਡੀਆ ਦੇ ਵਿੱਚ? ਇਸ ਦਾ ਆਨਸਰ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੇਣਾ ਹੈ। ਧੰਨਵਾਦ ਦੋਸਤੋ।